ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਟੋਟਲ 22 ਵਾਰਾਂ ਨੇ। ਇਹਨਾਂ 22 ਵਾਰਾਂ ਵਿੱਚੋਂ ਕੇਵਲ 2 ਐਸੀਆਂ ਵਾਰਾਂ ਵਿੱਚੋਂ ਤੁਹਾਨੂੰ ਐਸੇ ਸਿਰਲੇਖ ਪੜ੍ਹਨ ਨੂੰ ਮਿਲਣਗੇ, ਜਿਵੇਂ ਕਿ ਇੱਥੇ ਆਇਆ ਪੌੜੀ ਮਹੱਲਾ ਪੰਜਵਾਂ। ਇੱਕ ਹੋਰ ਵਾਰ ਹੈ ਮਲਾਰ ਕੀ ਵਾਰ ਗੁਰੂ ਨਾਨਕ ਸਾਹਿਬ ਜੀ ਦੀ। ਉਹਦੇ ਵਿੱਚ ਵੀ ਅਖੀਰ ਤੇ ਜਾ ਕੇ ਪੌੜੀ ਤੇ ਨਾਲ ਨਵੀਂ ਸ਼ਬਦ ਲਿਖਿਆ, ਪੌੜੀ ਨਵੀਂ ਮਹੱਲਾ ਪੰਜਵਾਂ। ਇਹਦਾ ਭਾਵ ਕੀ ਹੈ? ਇਹ ਚੇਤੇ ਰੱਖਣਾ, ਜਿਸ ਵਾਰ ਦਾ ਜੋ ਸਿਰਲੇਖ ਹੁੰਦਾ ਹੈ, ਜਿਵੇਂ ਤੀਜੇ ਪਾਤਸ਼ਾਹ ਜੀ ਦੀ ਹੈ, ਚੌਥੇ ਪਾਤਸ਼ਾਹ ਜੀ ਦੀ ਹੈ, ਪੰਜਵੇਂ ਪਾਤਸ਼ਾਹ ਜੀ ਦੀ ਹੈ, ਜਾਂ ਫਿਰ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਅੰਦਰ ਭਾਈ ਸੱਤਾ ਜੀ ਤੇ ਭਾਈ ਬਲਵੰਡ ਰਾਏ ਜੀ, 2 ਵਾਰਾਂ ਐਸੀਆਂ ਨੇ ਜਿਹੜੀਆਂ ਕੇਵਲ ਪੌੜੀ ਦੇ ਰੂਪ ਵਿੱਚ ਸਾਡੇ ਕੋਲ ਸੰਭਾਲ ਕੇ ਰੱਖੀਆਂ ਹੋਈਆਂ ਨੇ। ਬਸੰਤ ਕੀ ਵਾਰ 3 ਪੌੜੀਆਂ ਨੇ, ਤੇ ਭਾਈ ਸੱਤਾ ਜੀ ਦੀ ਭਾਈ ਬਲਵੰਡ ਰਾਏ ਜੀ ਦੀ ਵਾਰ ਵਿੱਚ 8 ਪੌੜੀਆਂ ਨੇ। ਇੱਥੇ ਗੁਰਦੇਵ ਪਿਤਾ ਜੀ ਨੇ 5 ਜਿਹੜੀਆਂ ਪੌੜੀਆਂ ਨੇ, ਮੈਂ ਉਦੋਂ ਜ਼ਿਕਰ ਵੀ ਕੀਤਾ ਸੀ, 27 ਨੰਬਰ ਤੋਂ ਲੈ ਕੇ 31 ਨੰਬਰ ਤੱਕ ਪਹਿਲਾਂ ਪੌੜੀ ਨਾਲ ਕੇਵਲ 5 ਪਾਇਆ ਹੋਇਆ ਹੈ। ਪੜ੍ਹਨਾ ਉਸ ਨੂੰ ਵੀ ਪੰਜਵਾਂ ਹੀ ਹੈ, ਚੇਤੇ ਰੱਖਣਾ। ਪੌੜੀ ਪਹਿਲੀ, ਦੂਜੀ, ਤੀਜੀ, ਚੌਥੀ, ਪੰਜਵੀਂ, ਐਸਾ ਕਿਤੇ ਨਹੀਂ ਆਇਆ। ਧੰਨ ਗੁਰੂ ਅਰਜਨ ਦੇ ਪਿਤਾ ਜੀ ਨੇ ਜਦੋਂ ਭਾਈ ਗੁਰਦਾਸ ਜੀ ਪਾਸੋਂ ਇਹ ਪਾਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪਾਦਨਾ ਕਰਵਾਈ, ਤੇ ਨਾਲ ਨਾਲ ਜਿੱਥੇ ਲੋੜ ਪਈ ਸਤਿਗੁਰਾਂ ਨੇ ਐਸੇ ਸਿਰਲੇਖ ਅੰਕਿਤ ਕਰ ਦਿੱਤੇ ਤਾਂ ਕਿ ਪਤਾ ਚੱਲ ਸਕੇ। ਵੈਸੇ ਤੇ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਵਾਲਾ ਸਿਧਾਂਤ ਹੀ ਇੱਥੇ ਪ੍ਰਧਾਨ ਹੈ। ਸਿਰਲੇਖ ਇਸ ਕਰਕੇ ਦਿੱਤੇ ਜਾਂਦੇ ਨੇ ਤਾਂ ਕਿ ਪਤਾ ਚੱਲ ਸਕੇ ਇਹ ਬਾਣੀ ਕਿਸ ਦੀ ਉਚਾਰਨ ਕੀਤੀ ਹੋਈ ਹੈ। ਸੋ ਇਸ ਕਰਕੇ ਇਸ ਪੌੜੀ ਅੰਦਰ ਦੇ ਸਿਰਲੇਖ ਵਿੱਚ ਵੀ ਸਤਿਗੁਰੂ ਨਾਲ ਮਹਿਲਾ ਪੰਜਵਾਂ ਜਿਹੜਾ ਕਿ ਉਹ ਅੰਕਿਤ ਕਰ ਦਿੱਤਾ। ਜਿਵੇਂ ਕਿ ਇਸ ਤੋਂ ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਪਰਸੋਂ ਸਰਵਨ ਕੀਤੀ ਸੀ ਗੁਰੂ ਕੇ ਪਿਆਰ ਵਾਲਿਓ, ਜਿਹਦੇ ਵਿੱਚ ਪ੍ਰਭੂ ਪਿਆਰੇ ਭਗਤ ਜਿਹੜੇ ਨੇ ਉਹਨਾਂ ਦੀ ਜੀਵਨ ਸ਼ੈਲੀ ਜਿਹੜੀ ਹੈ ਉਹ ਕਿਹੋ ਜਿਹੀ ਹੁੰਦੀ ਹੈ। ਤੇ ਅੱਜ ਫਿਰ ਮੇਰੇ ਗੁਰਦੇਵ ਪਿਤਾ ਗੁਰੂ ਅਰਜਨ ਦੇ ਪਿਤਾ ਜੀ ਸਮਝਾ ਰਹੇ ਨੇ। ਇਸ ਪੌੜੀ ਦੀ ਜਿਹੜੀ ਆਰੰਭਲੀ ਪੰਕਤੀ ਹੈ ਉਹ ਸ਼ਰਾਗੀ ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਸਮਝਾਉਂਦੇ ਹੋਏ ਫਰਮਾਨ ਕਰਦੇ ਨੇ, ਭਗਤ ਜਨਾ ਕਾ ਰਾਖਾ ਹਰ ਆਪ ਹੈ, ਕਿਆ ਪਾਪੀ ਕਰੀਏ। ਪਾਪੀ ਦਾ ਮਤਲਬ ਪਹਿਲਾਂ ਪਾਪੀ ਸ਼ਬਦ ਸਤਿਗੁਰੂ ਗੁਰਦੇਵ ਪਿਤਾ ਨੇ ਨਿੰਦਕ ਸ਼ਬਦ ਵਰਤਿਆ। ਯਾਦ ਰੱਖਣਾ ਸਾਧ ਸੰਗਤ, ਕਿਸੇ ਦੀ ਨਿੰਦਾ ਕਰਨੀ, ਕਿਸੇ ਦੀ ਝੂਠੀ ਵਡਿਆਈ ਕਰਨੀ, ਕਿਸੇ ਦੀ ਝੂਠੀ ਨਿੰਦਿਆ ਕਰਨੀ, ਇਹ ਦੋਨੋਂ ਕਰਮ ਹੀ ਪਾਪ ਤੁਲ ਨੇ, ਪਾਪ ਦੇ ਬਰਾਬਰ ਨੇ। ਝੂਠ ਸ਼ਬਦ ਮੈਂ ਵਰਤਿਆ। ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਦੇ ਅੰਦਰ ਵੀ ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਿੱਥੇ ਗਿਆਨ ਹੈ ਧਰਮ ਉੱਥੇ ਹੀ ਟਿਕ ਸਕਦਾ। ਚੇਤੇ ਰੱਖਿਓ, ਗਿਆਨ ਅਤੇ ਧਰਮ ਦਾ ਆਪਸ 'ਚ ਬੜਾ ਡੂੰਘਾ ਸੰਬੰਧ ਹੈ। ਧਰਮੀ ਪੁਰਸ਼ ਗਿਆਨਵਾਨ ਨਾ ਹੋਵੇ, ਇਹ ਕਿਵੇਂ ਹੋ ਸਕਦਾ? ਗਿਆਨੀ ਪੁਰਸ਼ ਧਰਮੀ ਨਾ ਹੋਵੇ। ਇਸੇ ਲਈ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਬਾਣੀ, ਨਿਤਨੇਮ ਦੀ ਪਹਿਲੀ ਬਾਣੀ, ਸਾਡੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਬਾਣੀ ਜਪ ਜੀ ਦਾ ਸਿਰਲੇਖ ਹੈ। ਅਖੀਰ ਤੇ ਜਾ ਕੇ ਸਤਿਗੁਰੂ ਨੇ ਇੱਥੇ 5 ਖੰਡਾਂ ਦਾ ਜ਼ਿਕਰ ਕੀਤਾ ਹੈ, 5 ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਤੇ ਸਭ ਤੋਂ ਪਹਿਲਾਂ ਧਰਮ ਖੰਡ, ਤੇ ਧਰਮ ਦੇ ਨਾਲ ਹੀ ਅੱਗੇ ਜਿਹੜੀ ਅਵਸਥਾ ਹੈ ਉਹ ਗਿਆਨ ਖੰਡ ਵਾਲੀ ਹੈ। ਇਹ ਚੇਤੇ ਰੱਖਣਾ, ਧਰਮ ਅਤੇ ਗਿਆਨ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ। ਜਿੱਥੇ ਝੂਠ ਹੈ ਉੱਥੇ ਪਾਪ ਟਿਕੇਗਾ। ਕਈ ਵਾਰੀ ਆਪਾਂ ਵੇਖਦੇ ਹਾਂ ਕਿਸੇ ਨਾਲ ਜਦੋਂ ਕਿਸੇ ਦੀ ਐਵੇਂ ਖਾਮ ਮਨੁੱਖ ਦੀ ਲਾਗਤਬਾਜ਼ੀ ਹੋ ਜਾਂਦੀ ਹੈ ਨਾ, ਭਾਵੇਂ ਉਹ ਪਹਿਲਾਂ ਕਿੰਨੇ ਵੀ ਸੱਜਣ ਮਿੱਤਰ ਕਿਉਂ ਨਾ ਹੋਣ, ਛੋਟੀ ਜੀ ਗੱਲ ਪਿੱਛੇ ਲਾਗਤਬਾਜ਼ੀ ਹੋ ਗਈ,
ਦੋਵੇਂ ਇੱਕ ਦੂਜੇ ਦੇ ਚੰਗੇ ਗੁਣਾਂ ਨੂੰ ਵੀ ਲੋਕਾਂ ਨੂੰ ਫਿਰ ਉਹਦੀ ਨਿੰਦਿਆ ਕਰ ਕਰਕੇ ਦੱਸਦੇ ਨੇ, ਬਣਿਆ ਫਿਰਦਾ ਏ। ਹਾਲਾਂਕਿ ਪਹਿਲਾਂ ਬੜੇ ਮਿੱਤਰ ਸਨ, ਇੱਕ ਦੂਜੇ ਦੀ ਬੜੀ ਸ਼ੋਭਾ ਕਰਦੇ ਸਨ, ਬੜੀ ਵਡਿਆਈ ਕਰਦੇ ਸਨ, ਇੱਕ ਦੂਜੇ ਦੇ ਭੇਦਾਂ ਤੋਂ ਵੀ ਜਾਣੂ ਸਨ। ਅੱਜ ਕਿਸੇ ਕਾਰਨ ਆਪਸ ਵਿੱਚ ਅਣਬਣ ਹੋ ਗਈ ਤੇ ਹੁਣ ਉਹ ਵੀ ਦੋਵੇਂ ਮਿੱਤਰ ਜਿਹੜੇ ਨੇ ਇੱਕ ਦੂਜੇ ਦੀ ਬਖਤੋਈ ਕਰਦੇ ਨੇ, ਨਿੰਦਿਆ ਕਰਦੇ ਨੇ, ਚੁਗਲੀ ਕਰਦੇ ਨੇ, ਝੂਠੀ ਕਰਦੇ ਨੇ ਨਾ। ਝੂਠੀ ਨਿੰਦਿਆ ਨਹੀਂ ਕਿਸੇ ਦੀ ਕਰਨੀ, ਇਹ ਚੇਤੇ ਰੱਖਣਾ। ਸਾਨੂੰ ਇਹ ਵੀ ਸਮਝ ਹੋਣੀ ਚਾਹੀਦੀ ਹੈ ਨਿੰਦਾ ਕਿਹਨੂੰ ਕਹਿੰਦੇ ਨੇ ਤੇ ਝੂਠੀ ਉਸਤਤ ਕਿਹਨੂੰ ਕਹਿੰਦੇ ਨੇ। ਗੁਲਾਬ ਦਾ ਫੁੱਲ ਜਿੱਥੇ ਖਿੜਦਾ ਨਾ, ਜਿਸ ਟਹਿਣੀ ਉੱਤੇ ਤੁਸੀਂ ਸਾਰੇ ਜਾਣਦੇ ਹੋ, ਉੱਥੇ ਨਾਲ ਉਹਦੇ ਕੰਡੇ ਵੀ ਹੁੰਦੇ ਨੇ। ਹੁਣ ਆਪਾਂ ਕੰਡੇ ਨੂੰ ਕੰਡਾ ਕਹਿ ਦਈਏ, ਕੰਡਾ ਹੈ ਹੀ ਕੰਡਾ, ਨਾ ਉਹਦੀ ਨਿੰਦਿਆ ਏ, ਕਿਉਂਕਿ ਕੰਡੇ ਨੂੰ ਸਾਰੇ ਆਪਾਂ ਕੰਡਾ ਹੀ ਆਖਦੇ ਹਾਂ। ਜੇ ਆਪਾਂ ਫੁੱਲ ਨੂੰ ਫੁੱਲ ਕਹਿੰਦੇ ਹਾਂ, ਖੁਸ਼ਬੂ ਬੜੀ ਦਿੰਦਾ ਏ, ਇਹਦਾ ਰੰਗ ਰੂਪ ਬੜਾ ਵਧੀਆ ਹੈ, ਸਭ ਕੁਝ ਹੈ, ਤੇ ਇਹ ਕੋਈ ਫੁੱਲ ਦੀ ਝੂਠੀ ਵਡਿਆਈ ਨਹੀਂ, ਸੱਚਮੁੱਚ ਹੀ ਫੁੱਲ ਐਸਾ ਕਰਦਾ ਪਿਆ ਹੈ, ਖੂਬਸੂਰਤ ਹੈ, ਮੁਲਾਇਮ ਹੈ, ਕੋਮਲ ਹੈ, ਸੁਗੰਧੀ ਦੇ ਰਿਹਾ ਹੈ। ਇਹ 'ਚ ਕੋਈ ਉਹਦੀ ਆਪਾਂ ਝੂਠੀ ਵਡਿਆਈ ਨਹੀਂ ਕਰਦੇ ਪਏ, ਇਹਦੇ ਲਾਇਕ ਹੈ ਉਹ। ਤੇ ਸੱਚ ਜਾਣਨਾ, ਜੇ ਸੱਚਮੁੱਚ ਹੀ ਕਿਸੇ ਬੰਦੇ ਨੂੰ ਤੁਸੀਂ ਬਿਲਕੁਲ ਨਹੀਂ ਜਾਣਦੇ, ਪਰ ਜੇ ਤੁਸੀਂ ਉਹਦੇ ਬਾਰੇ ਕਿਸੇ ਨੇ ਤੁਹਾਨੂੰ ਦੱਸਿਆ, ਤੁਸੀਂ ਆਪ ਵੀ ਵੇਖ ਲਿਆ ਉਹਦੀਆਂ ਕਰਤੂਤਾਂ ਨੂੰ, ਉਹਦਿਆਂ ਕਰਮਾਂ ਨੂੰ, ਤੇ ਜੇ ਤੁਸੀਂ ਉਹਦੇ ਨਾਲ ਵੀ ਇਹ ਵਿਚਾਰਾਂ ਸਾਂਝੀਆਂ ਕਰਦੇ ਹੋ ਜਾਂ ਕਿਸੇ ਹੋਰ ਨੂੰ ਵੀ ਦੱਸਦੇ ਹੋ, ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਉਹਦੀ ਨਿੰਦਿਆ ਕਰਦੇ ਹੋ। ਦੇਖੋ ਗੁਰਬਾਣੀ ਵਿੱਚ ਜਦੋਂ ਤੁਸੀਂ ਇਹ ਬਚਨ ਪੜ੍ਹਦੇ ਹੋ ਨਾ, ਭਗਤ ਕਬੀਰ ਜੀ ਇੱਕ ਥਾਂ ਲਿਖਦੇ ਨੇ, ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਕਹਿੰਦੇ ਨੇ ਜਿਹੜੇ ਸੰਤ ਜਨ ਨੇ ਨਾ, ਉਹਨਾਂ ਦੀ ਦੁਨੀਆ ਦੇ ਲੋਕੋ ਨਿੰਦਿਆ ਨਾ ਕਰਿਆ ਕਰੋ। ਸੰਤ ਤੇ ਪ੍ਰਮਾਤਮਾ ਦਾ ਰੂਪ ਹੁੰਦੇ ਨੇ। ਪਰ ਦੂਜੇ ਪਾਸੇ ਬਨਾਰਸ ਵਿੱਚ ਰਹਿੰਦੇ ਆ, ਜਦੋਂ ਆਪ ਉਹਨਾਂ ਨੇ ਆਪਣੇ ਆਲੇ ਦੁਆਲੇ ਧਰਮ ਦਾ ਬੁਰਕਾ ਪਾ ਕੇ ਜਿਹੜੇ ਸੰਤ ਬਣੇ ਬੈਠੇ ਸਨ, ਪਰ ਉਹਨਾਂ ਦੀਆਂ ਕਰਤੂਤਾਂ ਸੰਤਾਂ ਵਾਲੀਆਂ ਨਹੀਂ ਸਨ, ਅੰਦਰੋਂ ਸੰਤ ਨਹੀਂ ਸਨ। ਤੇ ਉਹਨਾਂ ਨੂੰ ਇਹ ਬਚਨ ਗੁਰਬਾਣੀ ਅੰਦਰ, ਇਹ ਸਵੈ ਵਿਰੋਧੀ ਗੱਲਾਂ ਨਾ ਇਹਨੂੰ ਸਮਝਿਓ ਕਿਤੇ। ਇੱਕ ਤਾਂ ਕਹਿੰਦੇ ਨੇ ਨਿੰਦਿਆ ਮਤ ਕਰੋ, ਇੱਕ ਥਾਂ ਆਪੇ ਨਿੰਦਿਆ ਕਰੀ ਤੁਰੇ ਜਾ ਰਹੇ ਨੇ। ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਪਾਇਨ ਤੱਗ, ਗਲੀ ਜਿੰਨਾ ਜਪਮਾਲੀਆਂ, ਲੋਟੇ ਹੱਥ ਨੇ ਬੱਗ। ਤੇ ਸਤਿਗੁਰੂ ਨੇ ਫਿਰ ਬਖਸ਼ ਇਹ ਕਿਹਾ ਨਾ, ਉਹ ਹਰ ਕੇ ਸੰਤ ਨਾ ਆਖੀਐ, ਬਾਨਾਰਸ ਕੇ ਠੱਗ, ਐਸੇ ਸੰਤ ਨਾ ਮੋਕੋ ਭਾਵੇਂ, ਡਾਲਾਂ ਸਿਉ ਪੇਡਾ ਗਟਕਾਵੇਂ। ਇਹੋ ਜਿਹੇ ਸੰਤ ਇੱਕ ਪਾਸੇ ਕਹਿੰਦੇ ਨੇ ਸੰਤਾਂ ਦੀ ਨਿੰਦਿਆ ਨਾ ਕਰੋ, ਤੇ ਪਰ ਨਾਲ ਕਹਿੰਦਾ ਇਹੋ ਜਿਹੇ ਸੰਤ ਜਿਹੜਾ ਕੇਵਲ ਲੇਵਲ ਲਗਾਈ ਫਿਰਦੇ ਨੇ, ਮਾਟੋ ਲਗਾਈ ਫਿਰਦੇ ਨੇ ਸੰਤ ਪੁਣੇ ਦਾ, ਜਾਂ ਬਾਹਰੋਂ ਪਹਿਰਾਵਾ ਧਾਰਨ ਕੀਤਾ ਹੋਇਆ ਹੈ, ਪਰ ਉਹਨਾਂ ਦੇ ਅੰਤ ਜਿਹੜੀ ਹੈ ਸੰਤਤਾਈ ਤੇ ਹੈ ਹੀ ਕੋਈ ਨਹੀਂ, ਸੰਤਗਿਰੀ ਤੇ ਅੰਦਰ ਹੈ ਹੀ ਕੋਈ ਨਹੀਂ। ਤੇ ਗੁਰੂ ਅਮਰਦਾਸ ਪਿਤਾ ਜੀ ਦੇ ਵੀ ਪਾਵਨ ਬਚਨ, ਇੱਕ ਪਾਸੇ ਗੁਰਬਾਣੀ ਕਹਿੰਦੀ ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਤੇ ਦੂਜੇ ਪਾਸੇ ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਏ, ਐਸਾ ਵੀ ਜ਼ਿਕਰ ਆਇਆ ਹੈ। ਇਸ ਕਰਕੇ ਜਿੱਥੇ ਝੂਠ ਹੋਵੇਗਾ, ਝੂਠ ਬੰਦਾ ਬੋਲੇਗਾ, ਝੂਠ ਵਾਲੇ ਕਰਮ ਕਰੇਗਾ, ਸਮਝ ਲਵੋ ਉਹ ਪਾਪੀ ਹੈ। ਕਬੀਰਾ ਜਹਾਂ ਗਿਆਨ ਤਹਾਂ ਧਰਮ ਹੈ, ਜਹਾਂ ਝੂਠ ਤਹਾਂ ਪਾਪ, ਜਹਾਂ ਲੋਭ ਤਹਾਂ ਕਾਲ ਹੈ। ਜਿੱਥੇ ਲਾਲਚ ਹੈ ਨਾ, ਲਾਲਚੀ ਬੰਦਾ ਜਿਹੜਾ ਨਾ, ਕਾਲ ਦਾ ਕੀ ਅਰਥ ਹੁੰਦਾ? ਮੌਤ। ਲਾਲਚੀ ਬੰਦਾ ਸਰੀਰਕ ਮੌਤ ਤੇ ਛੇਤੀ ਨਹੀਂ ਮਰਦਾ, ਉਦੋਂ ਹੀ ਮਰੇਗਾ ਜਦੋਂ ਉਹਦੀ ਆਈ ਹੋਈ ਹੈ। ਯਾਦ ਰੱਖਣਾ, ਇੱਥੇ ਕਾਲ ਦਾ ਅਰਥ ਆਪਾਂ ਕਰਾਂਗੇ ਜ਼ਮੀਰ ਦਾ ਮਰ ਜਾਣਾ, ਆਤਮਿਕ ਮੌਤ ਤੇ ਮਰ ਜਾਣਾ। ਜਿਹੜਾ ਲਾਲਚੀ ਬੰਦਾ ਹੈ, ਜਿਵੇਂ ਆਪਾਂ ਗੰਗੂ ਦਾ ਜ਼ਿਕਰ ਕਰਦੇ ਹਾਂ, ਗੁਰ ਇਤਿਹਾਸ ਵਿੱਚ ਲਾਲਚੀ ਸੀ, ਹਾਲਾਂਕਿ ਗੁਰੂ ਦੇ ਦਰ ਤੋਂ ਬੜਾ ਨਿਵਾਜਿਆ ਗਿਆ, ਗੁਰੂ ਨੇ ਬਹੁਤ ਕੁਝ ਦਿੱਤਾ ਹੋਣਾ, ਜੇ ਗੁਰੂ ਘਰ ਦਾ ਸੇਵਾਦਾਰ ਉਹਨੂੰ ਮੰਨਿਆ ਜਾਂਦਾ, ਐਸੀ ਗੱਲ ਤੇ ਕੋਈ ਨਹੀਂ। ਪਰ ਅੱਜ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਘਰ ਲੈ ਕੇ ਚਲਾ ਗਿਆ ਏ। ਇੱਕ ਖੁਰਜੀ ਵਿੱਚ ਪਤਾ ਨਹੀਂ ਕੀ ਕੁਝ ਸਮਾਨ ਰੱਖਿਆ ਹੋਇਆ ਹੈ। ਮਾਤਾ ਗੁਜਰ ਕੌਰ ਜੀ ਨੇ ਬਸ ਲਾਲਚ ਆ ਗਿਆ ਹੈ, ਜਿੱਥੇ ਲਾਲਚ ਆ ਜਾਏ ਉੱਥੇ ਜ਼ਮੀਰ ਬੰਦੇ ਦੀ ਮਰ ਜਾਂਦੀ ਹੈ। ਇਹ ਚੇਤੇ ਰੱਖਣਾ। ਉਹ ਨਹੀਂ ਵੇਖਦਾ
ਮੇਰੇ ਤੇ ਪਰਉਪਕਾਰ ਕਿਸੇ ਨੇ ਕਿੰਨੇ ਕੋ ਕੀਤੇ ਹੋਏ ਨੇ। ਜਹਾਂ ਲੋਭ ਤਹਾਂ ਕਾਲ ਹੈ, ਜਿੱਥੇ ਲਾਲਚ ਹੈ ਸਮਝ ਲੈਣਾ ਉੱਥੇ ਆਤਮਕ ਮੌਤ ਹੈ। ਜਹਾਂ ਖਿਮਾ ਤਹਾਂ ਆਪ। ਤੇ ਜਿਸ ਬੰਦੇ ਅੰਦਰ ਕਿਸੇ ਨੂੰ ਖਿਮਾ ਕਰ ਦੇਣ ਦੀ ਮੇਰੇ ਮਾਲਕ ਜੀ ਸਮਰੱਥਾ ਪਾ ਦਿੰਦੇ ਨੇ, ਸਤਿਗੁਰੂ ਕਹਿੰਦੇ ਨੇ ਉੱਥੇ ਸਮਝ ਲੈਣਾ ਪਰਮਾਤਮਾ ਦਾ ਆਪ ਨਿਵਾਸ ਹੈ। ਜਿੱਥੇ ਖਿਮਾ ਕਰਨ ਦਾ ਕਿਸੇ ਨੇ ਵਧੀਕ ਕੋਈ ਕਰ ਵੀ ਦਿੱਤੀ ਹੋਵੇ ਤੇ ਤਾਂ ਵੀ ਖਿਮਾ ਕਰ ਦੇਣਾ। ਕਿਸੇ ਪ੍ਰਕਾਰ ਦਾ ਮਨ ਅੰਦਰ ਕੋਈ ਵੀ ਵੈਰ ਭਾਵਨਾ ਨਾ ਰੱਖਣੀ। ਤੇ ਸਤਿਗੁਰੂ ਜੀ ਇੱਥੇ ਸਮਝਾਉਂਦੇ ਨੇ ਜਿਹੜੇ ਪ੍ਰਭੂ ਪਿਆਰੇ ਦੇ ਭਗਤ ਨੇ, ਪਰਮਾਤਮਾ ਦੀ ਭਗਤੀ ਕਰਨ ਵਾਲੇ ਨੇ, ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਨੇ, ਉਹਨੂੰ ਹਮੇਸ਼ਾ ਆਪਣੇ ਹਿਰਦੇ 'ਚ ਵਸਾ ਕੇ ਰੱਖਣ ਵਾਲੇ ਨੇ, ਕਹਿੰਦੇ ਨੇ ਉਹਨਾਂ ਦਾ ਰਾਖਾ ਪਰਮਾਤਮਾ ਆਪ ਬਣ ਜਾਂਦਾ। ਇੱਥੇ ਮੈਂ ਬੇਨਤੀ ਇਹ ਨਾ ਕਰਨਾ ਕਿ ਭਗਤਾਂ ਦਾ ਰੱਖ ਹੈ ਤੇ ਦੂਜਿਆਂ ਦਾ ਰਖਵਾਲਾ ਉਹ ਨਹੀਂ ਹੈ, ਐਸੀ ਗੱਲ ਨਹੀਂ ਹੈ। ਜਿਵੇਂ ਮਾਤਾ ਪਿਤਾ ਦੇ 1 ਜਾਂ 2 3 ਇਸ ਤੋਂ ਵੱਧ ਬੱਚੇ ਹੁੰਦੇ ਨੇ, ਵੈਸੇ ਤੇ ਸਾਰਿਆਂ ਦਾ ਖਿਆਲ ਮਾਤਾ ਪਿਤਾ ਰੱਖਦੇ ਨੇ, ਸਭ ਦਾ ਰੱਖਦੇ ਨੇ। ਇਹ ਤੇ ਨਹੀਂ ਜਿਹੜਾ ਵੱਡਾ ਹੋ ਗਿਆ ਦਾ ਨਹੀਂ ਰੱਖਦੇ, ਪਰ ਜਿਹੜਾ ਗੋਦੀ ਵਿੱਚ ਹੁੰਦਾ ਹੈ ਉਹਦਾ ਧਿਆਨ ਜ਼ਿਆਦਾ ਰੱਖਦੇ ਨੇ ਮਾਤਾ ਪਿਤਾ। ਮਾਂ ਜਿਹੜੀ ਹੈ ਨਾ, ਜਿਹੜਾ ਬੱਚਾ ਗੋਦੀ ਵਿੱਚ ਫਿਰ ਜਦੋਂ ਰਿੜਨ ਲੱਗ ਪੈਂਦਾ, ਵੇਖਦੇ ਨੇ ਕਿਤੇ ਵਿਹੜੇ ਵਿੱਚ ਖੇਡਦਾ ਖੇਡਦਾ ਕਿਤੇ ਗਲਤ ਚੀਜ਼ ਨੂੰ ਹੱਥ ਨਾ ਪਾ ਲਵੇ, ਬੜਾ ਧਿਆਨ ਰੱਖਦੇ ਨੇ ਉਹਦਾ। ਹੈ ਗੋਦ ਵਿੱਚ ਹੈ ਨਾ, ਧਿਆਨ ਦੂਜਿਆਂ ਦਾ ਵੀ ਰੱਖਦੇ ਨੇ, ਪਰ ਜਿਹੜਾ ਗੋਦੀ ਵਿੱਚ ਉਹਦਾ ਧਿਆਨ ਥੋੜ੍ਹਾ ਜਿਹਾ ਜ਼ਿਆਦਾ ਰੱਖਦੇ ਨੇ। ਯਾਦ ਰੱਖਣਾ ਸਾਡੇ ਵਾਸਤੇ ਗੋਦ ਕੀ ਹੈ? ਗੁਰੂ ਸਾਡੀ ਮਾਂ ਵੀ ਹੈ, ਗੁਰੂ ਸਾਡਾ ਪਿਤਾ ਵੀ ਹੈ, ਤੇ ਗੁਰੂ ਦਾ ਹੁਕਮ ਹੀ ਸਾਡੇ ਵਾਸਤੇ ਗੁਰੂ ਕੀ ਗੋਦ ਹੈ। ਜਿਹੜੇ ਗੁਰੂ ਦੇ ਹੁਕਮ ਦੇ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ, ਉਹਦੀ ਗੋਦੀ ਵਿੱਚ ਰਹਿੰਦੇ ਨੇ, ਹਮੇਸ਼ਾ ਉਹਦੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦਾ ਖਿਆਲ ਕੁਦਰਤਨ ਤੌਰ ਤੇ ਉਹ ਜ਼ਿਆਦਾ ਰੱਖਦਾ ਹੈ। ਆਸਾ ਕੀ ਵਾਰ ਦੀ ਜਿਹੜੀ ਅਖੀਰਲੀ ਪੌੜੀ ਦੇ ਨਾਲ ਗੁਰੂ ਰਾਮਦਾਸ ਪਿਤਾ ਜੀ ਦਾ ਕੀ ਉਹ ਛੰਤ ਤੁਸੀਂ ਸਰਵਨ ਕਰਦੇ ਹੋ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ, ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ। ਹੰਕਾਰੀਆਂ ਤੇ ਨਿੰਦਕਾਂ ਵੱਲ ਪ੍ਰਮਾਤਮਾ ਦੀ ਪਿੱਠ, ਜਾਂ ਇੰਜ ਕਹਿ ਲਈਏ ਹੰਕਾਰੀਆਂ ਨਿੰਦਕਾਂ ਦੀ ਆਪਣੀ ਪਿੱਠ ਪ੍ਰਮਾਤਮਾ ਵੱਲ ਹੋ ਜਾਂਦੀ ਹੈ। ਨਾਮ ਦਿਓ ਮੁਖ ਲਾਇਆ, ਤੇ ਨਾਮਦੇਵ ਜੋ ਕੀ ਨੇ ਉਹ ਭਗਤ ਨੇ ਨਾ। ਤੇ ਗੁਰੂ ਅਮਰਦਾਸ ਪਿਤਾ ਜੀ ਦੀ ਅਸ਼ਟਪਦੀ ਜ਼ੋਰ ਸੋਠ ਰਾਗ ਅੰਦਰ ਅਸ਼ਟਪਦੀ ਪੜ੍ਹਦੇ ਹਾਂ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ, ਪ੍ਰਹਿਲਾਦ ਜਨ ਤੁਧ ਰਾਖ ਲੈ ਹਰ ਜੀਓ, ਹਰਨਾਕਸ਼ ਮਾਰ ਪਚਾਇਆ। ਇਹਨਾਂ ਭਗਤਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਛੋਟੀ ਉਮਰ ਦੇ 2 ਭਗਤਾਂ ਦਾ ਬਹੁਤ ਵਾਰ-ਵਾਰ ਜ਼ਿਕਰ ਕੀਤਾ ਗਿਆ ਏ। ਇੱਕ ਤੇ ਭਗਤ ਪ੍ਰਹਿਲਾਦ ਤੇ ਦੂਜਾ ਭਗਤ ਧਰੂ। ਇਹਨਾਂ ਦੀ ਰਖਵਾਲੀ ਵੀ ਮਾਲਕ ਨੇ ਕਿਵੇਂ ਕੀਤੀ ਹੈ, ਬੜਾ ਜ਼ਿਕਰ ਆਇਆ ਹੈ। ਹਰਨਾਕਸ਼ ਨੇ ਕਿਵੇਂ ਆਪਣੇ ਪੁੱਤਰ ਨੂੰ ਕਿੰਨੇ ਤਸੀਹੇ ਦੇ ਕੇ ਮਾਰਨ ਦਾ ਯਤਨ ਕੀਤਾ ਹੈ। ਗੱਲ ਇੱਕੋ ਹੀ ਹੈ, ਬਾਕੀ ਸਾਰੇ ਇਹ ਕਹਿੰਦੇ ਨੇ ਜਲੇ ਹਰਨਾਕਸ਼ ਥੱਲੇ ਹਰਨਾਕਸ਼, ਪਰ ਤੂੰ ਕਿਉਂ ਨਹੀਂ ਕਹਿੰਦਾ? ਤੂੰ ਘਰ ਦਾ ਹੋ ਕੇ ਹੀ, ਮੇਰਾ ਪੁੱਤਰ ਹੋ ਕੇ ਮੇਰਾ ਵਿਰੋਧ ਕਰਦਾ, ਮੇਰੀ ਬਗਾਵਤ ਕਰਦਾ। ਯਾਦ ਰੱਖਣਾ ਪਿਤਾ ਹੋਣ ਦੇ ਨਾਤੇ ਭਗਤ ਪ੍ਰਹਿਲਾਦ ਨੇ ਆਪਣੇ ਪਿਤਾ ਦੀ ਬਗਾਵਤ ਕੋਈ ਨਹੀਂ ਕੀਤੀ। ਉਹ ਕਹਿੰਦੇ ਸਨ ਤੁਸੀਂ ਮੇਰੇ ਪਿਤਾ ਜੀ ਹੋ, ਮੇਰੇ ਸਤਿਕਾਰਯੋਗ ਹੋ, ਇਸ ਨਾਤੇ ਮੈਂ ਤੁਹਾਡਾ ਅਦਬ ਕਰਦਾ ਵਾਂ ਤੇ ਕਰਦਾ ਰਵਾਂਗਾ ਵੀ। ਤੁਸੀਂ ਮੇਰੇ ਪਿਤਾ ਹੋ, ਤੁਸੀਂ ਮੇਰੇ ਜਨਮਦਾਤੇ ਵੀ ਹੋ, ਇਸ ਕਰਕੇ ਮੈਂ ਤੁਹਾਡਾ ਅਦਬ ਸਤਿਕਾਰ ਕਰਦਾ। ਪਰ ਜੇ ਤੁਸੀਂ ਆਖੋ ਪ੍ਰਮਾਤਮਾ ਦਾ ਰੂਪ, ਜੇ ਪੁੰਤੇ ਪ੍ਰਮਾਤਮਾ ਸਾਰਿਆਂ ਵਿੱਚ ਵੀ, ਤੁਹਾਡੇ ਵਿੱਚ ਵੀ ਹੈ ਤੇ ਮੇਰੇ ਵਿੱਚ ਵੀ ਹੈ, ਬਾਕੀਆਂ ਵਿੱਚ ਵੀ ਹੈ, ਸਾਰਿਆਂ ਵਿੱਚ ਹੀ ਹੈ, ਪੜ੍ਹਾਉਣ ਵਾਲੇ ਜਿਹੜੇ ਟੀਚਰ ਨੇ ਉਹਨਾਂ ਵਿੱਚ ਵੀ ਹੈ। ਸੋ ਇਸ ਕਰਕੇ ਪਰਮਾਤਮਾ ਜਿਹੜਾ ਹੈ ਉਹ ਤੇ ਸਾਰਿਆਂ ਵਿੱਚ ਹੈ। ਤੇ ਸਤਿਗੁਰੂ ਗੁਰਦੇਵ ਪਿਤਾ ਜੀ ਰਹਿਮਤ ਬਖਸ਼ਿਸ਼ ਇੱਥੇ ਇਹੀ ਕਰਦੇ ਨੇ, ਭਗਤ ਜਨਾਂ ਕਾ ਰਾਖਾ ਹਰ ਆਪ ਹੈ। ਕਿਆ ਪਾਪੀ ਕਰੀਐ? ਜੇ ਕੋਈ ਪਾਪੀ ਮਨੁੱਖ, ਨਿੰਦਕ ਮਨੁੱਖ ਭਗਤਾਂ ਦਾ ਵਿਰੋਧ ਕਰਨ ਤੇ ਆ ਜਾਏ, ਤੇ ਕਹਿੰਦੇ ਨੇ ਵਿਰੋਧ ਤੇ ਉਹਦਾ ਕਰਮ ਹੈ, ਉਹ ਤੇ ਉਹਨੇ ਆਪਣਾ ਕਰਮ ਕਰਨਾ ਹੀ ਕਰਨਾ, ਉਹ ਕਰਦਾ ਰਵੇ। ਜਿੰਨਾ ਮਰਜ਼ੀ ਆਪਣਾ ਜ਼ੋਰ ਲਗਾ ਲਵੇ, ਆਪਣੀ ਤਾਕਤ ਲਗਾ ਲਵੇ,
पर गल चेते रखना गुरु के प्यार वालिओ, परमात्मा पता नहीं किहड़े बहाने अपने सेवकां दी रखवाली कर लैंदा है। ते मैं उन्हां भगतां दा जिक्र कर रहा सां। भगत कबीर जी ने इसे करके बचन कीते ने। भगत जी कहंदे राम जपौं जी ऐसे ऐसे, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮੈਂ ਵੀ ਉਸਨੇ ਪ੍ਰਮਾਤਮਾ ਦਾ ਸਿਮਰਨ ਕਰਦਾ ਜਿਵੇਂ ਭਗਤ ਧਰੂ ਅਤੇ ਭਗਤ ਪ੍ਰਹਿਲਾਦ ਜੀ ਨੇ ਦ੍ਰਿੜ ਮਤ ਕਰਕੇ ਉਸ ਕਰਤੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕੀਤਾ, ਬੰਦਗੀ ਕੀਤੀ। ਹੁਣ ਪਾਪੀ ਬੰਦਿਆਂ ਨੂੰ ਪਰਮਾਤਮਾ ਦੀ ਭਗਤੀ ਕਿੱਥੇ ਚੰਗੀ ਲੱਗਦੀ ਹੈ? ਜਿਨ੍ਹਾਂ ਦਾ ਪਿਆਰ ਹੀ ਪਾਪ ਕਰਮਾਂ ਦੇ ਨਾਲ ਹੋਵੇ, ਜਿਨ੍ਹਾਂ ਨੇ ਕਰਨੇ ਕੁਕਰਮ ਹੋਣ। ਤੇ ਐਸਾ ਦ੍ਰਿਸ਼ਟਾਂਤ ਭਗਤ ਕਬੀਰ ਜੀ ਨੇ ਆਪਣੇ ਸ਼ਲੋਕਾਂ ਵਿੱਚ ਇੱਕ ਥਾਂ ਤੇ ਖੋਰ ਦਿੱਤਾ ਹੈ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਪਾਪੀ ਨੂੰ ਪਰਮਾਤਮਾ ਦੀ ਜੇ ਭਗਤੀ ਨਹੀਂ ਚੰਗੀ ਲੱਗਦੀ ਤੇ ਯਾਦ ਕਰਿਓ ਭਗਤੀ ਕਰਨ ਵਾਲੇ ਕਿੰਨੇ ਕੁ ਚੰਗੇ ਲੱਗਣਗੇ। ਵਿਰੋਧ ਤੇ ਉਹਨਾਂ ਨੇ ਆਪੇ ਕਰਨਾ ਹੈ। ਜਿਹੜਾ ਆਪ ਮਨਮਤ ਦੇ ਰਸਤੇ ਤੇ ਤੁਰਦਾ ਹੋਵੇ, ਆਪ ਕਰਮ ਕਾਂਡੀ ਹੋਵੇ, ਪਖੰਡੀ ਹੋਵੇ, ਤੇ ਜੇ ਕੋਈ ਉਹਨੂੰ ਗੁਰੂ ਦੀ ਮੱਤ ਦੁਆਰਾ ਸਮਝਾਉਣਾ ਚਾਹਵੇ ਤੇ ਉਹ ਤੇ ਵਿਰੋਧ ਕਰੇਗਾ ਹੀ ਕੁਦਰਤੀ। ਬਣੇ ਫਿਰਦੇ ਹੋ ਗੁਰਮਤ ਵਾਲੇ, ਤੁਸੀਂ ਕਿਹੜੀ ਗੁਰਮਤ ਦੀ ਗੱਲ ਕਰਦੇ ਹੋ? ਬੜੇ ਵੇਖੇ ਨੇ, ਇਹੋ ਜਿਹੀਆਂ ਗੱਲਾਂ ਕੋ ਕਰਨਗੇ ਨਾ। ਜੇ ਉਹਨੂੰ ਆਪ ਨੂੰ ਭਗਤੀ ਨਹੀਂ ਚੰਗੀ ਲੱਗਦੀ ਤੇ ਭਗਤੀ ਕਰਨ ਵਾਲਿਆਂ ਨਾਲ ਕੁਦਰਤੀ ਤੌਰ ਤੇ ਉਹਦਾ ਵਿਰੋਧ ਹੋਵੇਗਾ। ਮਨਮਤੀਆਂ ਨੂੰ ਗੁਰਮਤ ਵਾਲੇ ਕਦੀ ਚੰਗੇ ਨਹੀਂ ਲੱਗਣਗੇ। ਗੱਲ ਚੇਤੇ ਰੱਖ ਲਿਓ, ਪੱਲੇ ਬੰਨ ਲਿਓ। ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਸੁਹਾਏ ਮੈਨੇ ਚੰਗੀ ਨਹੀਂ ਲੱਗਦੀ ਹਰੀ ਦੀ ਪੂਜਾ। ਕਿਵੇਂ ਨਹੀਂ ਚੰਗੀ ਲੱਗਦੀ? ਵੇਖੋ ਜਿਹੜੀ ਉਦਾਹਰਨ ਦਿੱਤੀ ਹੈ, ਮਾਖੀ ਚੰਦਨ ਪਰ ਹਰੈ, ਜਹਾਂ ਬੇਗੰਧ ਤਹਾਂ ਜਾਏ। ਇੱਕ ਪਾਸੇ ਗੰਦਗੀ ਦਾ ਢੇਰ ਲਗਾ ਦਿਓ, ਇੱਕ ਪਾਸੇ ਸੁਗੰਧੀਆਂ ਦਾ ਢੇਰ ਲਗਾ ਦਿਓ। ਮੱਖੀਆਂ ਵੀ ਕਈ ਤਰ੍ਹਾਂ ਦੀਆਂ, ਚੇਤੇ ਰੱਖਣਾ। ਸ਼ਹਿਦ ਵਾਲੀ ਮੱਖੀ ਗੰਦਗੀ ਤੇ ਕਦੀ ਨਹੀਂ ਬੈਠਦੀ, ਇਹ ਫੁੱਲਾਂ ਤੇ ਜਾ ਕੇ ਬੈਠੇਗੀ। ਪਰ ਇੱਥੇ ਉਹ ਮੱਖੀ, ਘਰੇਲੂ ਮੱਖੀ ਜਿਹੜੇ ਸਾਡੇ ਘਰਾਂ ਵਿੱਚ ਆਪਾਂ ਵੇਖਦੇ ਹਾਂ, ਉਹੀ ਮੱਖੀ ਗੰਦਗੀ ਤੇ ਬੈਠਦੀ ਏ। ਉਹੀ ਮੱਖੀ ਕਦੀ ਕਦਾਈ ਕਿਸੇ ਚੰਗੀ ਚੀਜ਼ ਤੇ ਆ ਕੇ ਸਾਡੇ ਭੋਜਨ ਤੇ ਵੀ ਬਹਿ ਜਾਂਦੀ ਹੈ। ਕਹਿੰਦੇ ਨੇ ਦੋ ਢੇਰ ਲਗਾ ਦੋ ਸੁਗੰਧੀਆਂ ਦਾ, ਇੱਕ ਪਾਸੇ ਗੰਦਗੀ ਦਾ, ਤੇ ਕਹਿੰਦੇ ਨੇ ਵੇਖ ਲਿਓ ਮੱਖੀਆਂ ਦੀ ਗਿਣਤੀ ਕਿਹੜੇ ਪਾਸੇ ਜ਼ਿਆਦਾ ਹੈ। ਹੋ ਸਕਦਾ ਹੈ ਸੁਗੰਧੀ ਵਾਲੇ ਪਾਸੇ ਇੱਕ ਵੀ ਮੱਖੀ ਨਾ ਜਾਵੇ, ਜਿੱਧਰ ਗੰਦਗੀ ਦਾ ਢੇਰ ਲੱਗਾ ਹੋਇਆ ਉਸੇ ਪਾਸੇ ਹੀ ਮੱਖੀਆਂ ਬਹੁਤਾਤ ਹੋਣ। ਤੇ ਇਸੇ ਤਰ੍ਹਾਂ ਹੀ ਜਿਹੜੇ ਪ੍ਰਮਾਤਮਾ ਦੀ ਭਗਤੀ ਨਹੀਂ ਕਰਦੇ ਤੇ ਪਾਪੀ, ਗੁਰੂ ਅਰਜਨ ਦੇ ਪਿਤਾ ਜੀ ਸ਼ਲੋਕ 12 ਤੇ ਵਧੇਕ ਵਿੱਚ ਪਾਪੀਆਂ ਦਾ ਜ਼ਿਕਰ ਕਰਦੇ ਨੇ। ਪਾਪੀ ਕਰਮ ਕਮਾਉਂਦੇ, ਪਾਪੀ ਕਰਮ ਕਰਦੇ ਨੇ, ਉਹਨਾਂ ਦੇ ਕਰਮ ਪਾਪ ਵਾਲੇ ਹੋਣਗੇ, ਪਾਪ ਲਿਪਤ ਹੋਣਗੇ। ਕਰਦੇ ਹਾਏ ਹਾਏ, ਹਾਏ ਹਾਏ ਕਰਦਿਆਂ ਆਪਣਾ ਜੀਵਨ ਬਤੀਤ ਕਰਦੇ ਨੇ। ਨਾਨਕ ਜਿਉਂ ਮੱਥਨ ਮਧਾਣੀਆਂ, ਤਿਉਂ ਮੱਥੇ ਧਰਮ ਰਾਏ। ਜਿਵੇਂ ਮਧਾਣੀ ਦਹੀਂ ਰਿੜਕਦੀ ਹੈ ਨਾ, ਇਸੇ ਤਰ੍ਹਾਂ ਪ੍ਰਮਾਤਮਾ ਦਾ ਬਣਾਇਆ ਹੋਇਆ ਕਾਨੂੰਨ, ਧਰਮ, ਕਾਨੂੰਨ ਨੂੰ ਕਹਿੰਦੇ ਨੇ। ਰਾਜ ਦਾ ਅਰਥ ਹੈ ਰਾਜ, ਰੱਬ ਦੇ ਕਾਨੂੰਨ ਦਾ ਰਾਜ ਚੱਲਦਾ, ਉਸ ਤੋਂ ਕੋਈ ਬਚ ਨਹੀਂ ਸਕਦਾ। ਆਪਾਂ ਸਾਰੇ ਉਹਦੇ ਕਾਨੂੰਨ ਦੇ ਰਾਜ ਦੇ ਵਿੱਚ ਹਾਂ। ਇਹ ਚੇਤੇ ਰੱਖਣਾ, ਹੁਕਮ ਹੈ ਅੰਦਰ ਸਭ ਕੋ। ਜਿਹੋ ਜਿਹੇ ਕਰਮ ਕਰਦੇ ਆ ਨਾ ਤੇ ਉਹ ਤੇ ਸਾਨੂੰ ਫਲ ਮਿਲਣਾ ਹੀ ਮਿਲਣਾ ਹੈ। ਕੱਲ ਵੀ ਆਪਾਂ ਸਰਵਣ ਕੀਤਾ ਸੀ ਨਾ, ਜੇਗਾ ਬੀਜੈ ਸੋ ਲੁਣੈ, ਮੱਥੇ ਜੋ ਲਿਖਿਆਸ। ਕਿਆ ਪਾਪੀ ਕਰੀਏ? ਪਾਪੀ ਉਹਦਾ ਕੀ ਵਿਗਾੜ ਸਕਦਾ? ਭਾਵੇਂ ਪਾਪੀ ਉਹਦਾ ਕੁਝ ਨਹੀਂ ਵਿਗਾੜ ਸਕਦਾ, ਜਿੰਨਾ ਮਰਜ਼ੀ ਉਹ ਯਤਨ ਕਰ ਲੈਣ। ਭਗਤਾਂ ਦਾ, ਭਗਤ ਕਬੀਰ ਜੀ ਦਾ ਇਤਿਹਾਸ ਪੜ੍ਹ ਕੇ ਵੇਖ ਲਓ, ਭਗਤ ਨਾਮਦੇਵ ਜੀ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ। ਬੜਾ ਵਿਰੋਧ ਕੀਤਾ ਗਿਆ, ਕਿਤੇ ਜਬਰਨ ਤੌਰ ਤੇ ਆਖਣ ਲੱਗੇ ਤੁਸੀਂ ਅੱਲਾ ਕਹੋ। ਅੱਲਾ ਨਾਮ ਦੇ ਨਾਲ ਭਗਤ ਸਾਹਿਬਾਨਾਂ ਨੂੰ, ਗੁਰੂ ਸਾਹਿਬਾਨਾਂ ਨੂੰ ਕੋਈ ਨਫ਼ਰਤ ਤੇ ਕੋਈ ਨਹੀਂ, ਪਰ ਆਖਣ ਲੱਗੇ ਜਿਹਦੇ ਜ਼ਬਰਦਸਤੀ ਦੀ ਗੱਲ ਆਉਂਦੀ ਹੈ ਨਾ, ਜ਼ਬਰਦਸਤੀ ਨਹੀਂ ਕਹਿਣਾ। ਪਿਆਰ ਵਿੱਚ ਅਸੀਂ ਬੜਾ ਕੁਝ ਕਹਿੰਦੇ ਹਾਂ, ਬੜੇ ਨਾਮਾਂ ਨਾਲ ਉਹਨੂੰ ਯਾਦ ਕਰਦੇ ਹਾਂ, ਪਰ ਜੇ ਜਬਰਨ ਤੌਰ ਤੇ ਤੁਸੀਂ ਸਾਨੂੰ ਕਹੋਗੇ ਵੀ ਅੱਲਾ ਆਖੋ, ਫੇਰ ਨਹੀਂ। ਭਾਵੇਂ ਇਹਦੇ ਬਦਲੇ ਉਹਨਾਂ ਨੂੰ ਤਸੀਹੇ ਬੜੇ ਦਿੱਤੇ ਗਏ, ਬੜਾ ਕੁਝ ਕੀਤਾ ਗਿਆ ਭਗਤ ਕਬੀਰ ਜੀ ਦੇ ਨਾਲ ਵੀ, ਪਰ ਉਹਨਾਂ ਨੇ ਪ੍ਰਮਾਤਮਾ ਦੀ ਬੰਦਗੀ ਨੂੰ ਨਹੀਂ ਛੱਡਿਆ। ਤੋ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਨੇ, ਭਗਤ ਜਨਾਂ ਕਾ ਰਾਖਾ ਹਰ ਆਪ ਹੈ। ਕਿਆ ਪਾਪੀ ਕਰੀਏ? ਪਾਪੀ ਮਨੁੱਖ ਕੀ ਕਰ ਸਕਦਾ? ਭਾਵ ਕੁਝ ਨਹੀਂ, ਉਹਨਾਂ ਦਾ ਬਾਲ ਬਾਂਕਾ ਵੀ ਨਹੀਂ ਕਰ ਸਕਦਾ, ਕੁਝ ਨਹੀਂ ਵਿਗਾੜ ਸਕਦਾ। ਗੁਮਾਨ ਕਰੇ ਮੂੜ ਗੁਮਾਨੀਆਂ, ਵਿਸ ਖਾਧੀ ਮਰੀਏ। ਪਾਪੀ ਲੋਕ ਨਾ, ਯਾਦ ਰੱਖਣਾ, ਉਹਨਾਂ ਨੂੰ ਵੀ ਆਪਣੇ ਕੀਤੇ ਕੋਈ ਕਰਮ ਜਿਹੜੇ ਨੇ,
ਕਰ ਕਰਕੇ ਬੜੇ ਅਹੰਕਾਰੀ ਹੋ ਜਾਂਦੇ ਨੇ, ਗੁਮਾਨ ਕਰਦੇ ਨੇ। ਕਰੇ ਬਹੁਵਚਨੀ ਕਿਰਿਆ, ਗੁਮਾਨ ਕਰਦੇ ਨੇ। ਮੂੜ ਡਾੜਾ ਮੁਕਤਾ ਕਹੇ, ਇੱਥੇ ਵੀ ਬਹੁਵਚਨ ਔਂਕੜ ਲੱਗਾ ਹੁੰਦਾ ਤੇ ਇੱਕ ਮੂਰਖ ਦੀ ਗੱਲ ਹੋਣੀ ਸੀ। ਬਹੁਤ ਜਿਹੜੇ ਮੂਰਖ ਨੇ, ਗੁਮਾਨ ਇੱਕ ਹੀ ਹੈ। ਜਿਵੇਂ ਕੰਡਾ ਆਪਾਂ ਪੜ੍ਹਦੇ ਹਾਂ, ਕੰਡਾ ਇੱਕੋ ਹੀ ਹੈ। ਚੱਲ ਜਦੋਂ ਕੋਈ ਬਹੁਤੇ ਜਿਹੜੇ ਸਾਕਤ ਬੰਦੇ ਨੇ ਤੁਰਦੇ ਨੇ ਤੇ ਚੁੱਭਦਾ, ਜਿਉਂ ਜਿਉਂ ਚੱਲੇ ਚੁਭੈ ਦੁੱਖ ਪਾਵੇ ਹੈ, ਕੰਡਾ ਚੁੱਭਦਾ। ਇਸੇ ਤਰ੍ਹਾਂ ਵੀ ਗੁਮਾਨ ਕਰਨ ਵਾਲੇ ਬਹੁਤੇ, ਗੁਮਾਨ ਤੇ ਇੱਕੋ ਹੀ ਹੈ ਨਾ, ਸਾਰੇ ਗੁਮਾਨ ਕਰਦੇ ਨੇ। ਵਿਸ਼ ਖਾਧੀ ਮਰੀਐ, ਇਸੇ ਗੁਮਾਨ ਨੂੰ, ਇਸੇ ਹੰਕਾਰ ਨੂੰ ਮੇਰੇ ਗੁਰਦੇਵ ਪਿਤਾ ਨੇ ਇੱਥੇ ਵਿਸ਼ ਦਾ ਨਾਂ ਦਿੱਤਾ ਹੈ। ਵਿਸ਼ ਇੱਥੇ ਯਾਦ ਰੱਖਣਾ, ਇਹੀ ਸ਼ਬਦ ਜਦੋਂ ਤੁਸੀਂ ਆਨੰਦ ਸਾਹਿਬ ਬਾਣੀ ਵਿੱਚ ਪੜ੍ਹਦੇ ਹੋ ਨਾ, ਗੁਰੂ ਅਮਰਦਾਸ ਪਿਤਾ ਜੀ ਦਾ, ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਘਰ ਨੇ ਘਾਲਿਆ। ਇਹ ਵਿਸ ਸੰਸਾਰ, ਉੱਥੇ ਕਈ ਇਹਦਾ ਅਰਥ ਜ਼ਹਿਰ ਰੂਪੀ ਸੰਸਾਰ ਨਹੀਂ, ਉੱਥੇ ਵਿਸ ਦਾ ਅਰਥ ਵੀ ਵਿਸ਼ਵ ਹੈ। ਜਿਵੇਂ ਵਿਸ਼ਵ ਹਿੰਦੀ ਦਾ ਸ਼ਬਦ ਹੈ ਨਾ, ਸੰਸਾਰ ਨੂੰ ਵਿਸ਼ਵ ਵੀ ਕਹਿੰਦੇ ਨੇ, ਤੇ ਕਈ ਥਾਵਾਂ ਤੇ ਐਸੇ ਸ਼ਬਦ ਇਕੱਠੇ ਆ ਜਾਂਦੇ ਨੇ ਇੱਕੋ ਅਰਥ ਵਾਲੇ। ਇੱਥੇ ਵਿਸ ਸੰਸਾਰ, ਵਿਸ ਵੀ ਸੰਸਾਰ ਵਾਸਤੇ ਆਇਆ ਹੈ, ਦੁਨੀਆ ਵਾਸਤੇ ਆਇਆ ਹੈ, ਪਰ ਇੱਥੇ ਵਿਸ਼ ਜਿਹੜਾ ਹੈ ਜ਼ਹਿਰ ਵਾਸਤੇ ਆਇਆ ਹੈ। ਤੇ ਯਾਦ ਰੱਖਣਾ, ਜਿਹੜਾ ਗੁਮਾਨ ਹੈ, ਜਿਹੜਾ ਅਹੰਕਾਰ ਹੈ ਨਾ, ਇਹ ਜ਼ਹਿਰ ਦੀ ਨਿਆਈ। ਜਿਵੇਂ ਕੋਈ ਜ਼ਹਿਰ ਖਾ ਲਵੇ ਨਾ, ਆਪਾਂ ਸੁਣਦੇ ਹਾਂ ਕਈ ਵਾਰੀ ਸੁਸਾਈਡ ਕਰਨ ਵਾਲੇ ਲੜ ਪਏ ਆਪਸ ਵਿੱਚ, ਭਰਾ ਭਰਾ ਲੜ ਪਏ, ਪਤੀ ਪਤਨੀ ਲੜ ਪਏ, ਕੁਝ ਹੋ ਗਿਆ, ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਕੁਝ ਖਾ ਲਿਆ, ਖਾ ਕੇ ਮਰ ਗਿਆ, ਮੌਤ ਹੋ ਗਈ। ਜ਼ਹਿਰ ਖਾਓਗੇ ਤੇ ਮਰਨਾ ਹੀ ਮਰਨਾ ਹੈ। ਜਿਹੜਾ ਬਾਹਰ ਮੁਖੀ ਜ਼ਹਿਰ ਹੈ ਨਾ, ਇਹਦੇ ਖਾਣ ਦੇ ਨਾਲ ਸਰੀਰਕ ਮੌਤ ਹੋ ਜਾਂਦੀ ਹੈ, ਚੇਤੇ ਰੱਖਣਾ ਗੁਰੂ ਕੇ ਪਿਆਰ ਵਾਲਿਓ। ਪਰ ਜਿਹੜਾ ਗੁਮਾਨ ਰੂਪੀ ਹੰਕਾਰ ਰੂਪੀ ਜ਼ਹਿਰ ਹੈ, ਇਹਦੇ ਖਾਣ ਦੇ ਨਾਲ ਬੰਦੇ ਦੀ ਆਤਮਕ ਮੌਤ ਹੋ ਜਾਂਦੀ ਹੈ। ਮਰਨਾ ਵੀ ਤਿੰਨ ਤਰ੍ਹਾਂ ਦਾ ਜੇ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਗਿਆ। ਇੱਕ ਤੇ ਸਰੀਰਕ ਮੌਤ ਹੈ, ਜਿਹੜੀ ਸਾਨੂੰ ਸਾਰਿਆਂ ਨੂੰ ਆਉਣੀ ਆਉਣੀ ਹੈ, ਸਮਾਂ ਪਾ ਕੇ ਜਦੋਂ ਸਾਡੇ ਦਿਨ ਪੂਰੇ ਹੋ ਗਏ ਉੱਤੇ ਆਉਣੀ ਆਉਣੀ ਹੈ। ਇੱਕ ਹੈ ਆਤਮਕ ਮੌਤ, ਜਿਹਨੂੰ ਅੱਜ ਦਾ ਆਪਾਂ ਜ਼ਿਕਰ ਕਰਦੇ ਪਏ ਹਾਂ। ਇੱਕ ਦੂਜੀ ਮੌਤ ਵੀ ਹੈ ਜਿਹਦਾ ਗੁਰਬਾਣੀ ਨੇ ਜ਼ਿਕਰ ਕੀਤਾ ਹੈ। ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਸੋਰਠ ਰਾਗ ਅੰਦਰ ਬਚਨ ਨੇ, ਸ਼ਬਦ ਮਰੋ ਫਿਰ ਜੀਵੋ ਸਦਹੀ, ਤਾਂ ਫਿਰ ਮਰਨ ਨਾ ਹੋਈ। ਸ਼ਬਦ ਰਾਹੀਂ ਆਪਾ ਮਾਰ ਲੈਣਾ, ਆਪਣੇ ਵਿੱਚੋਂ ਹੰਕਾਰ ਨੂੰ ਮਾਰ ਲੈਣਾ। ਕਿਤੇ ਹੰਕਾਰ ਵੇਖੋ ਬੰਦੇ ਨੂੰ ਮਾਰ ਦਿੰਦੀ ਹੈ, ਤੇ ਜਿਹੜੇ ਗੁਰਮੁਖ ਪਿਆਰੇ ਨੇ ਉਹ ਹੰਕਾਰ ਨੂੰ ਮਾਰ ਦਿੰਦੇ ਨੇ। ਸ਼ਬਦ ਮਰੋ, ਸ਼ਬਦ ਦੇ ਦੱਦੇ ਨੂੰ ਸਿਹਾਰੀ, ਸ਼ਬਦ ਰਾਹੀਂ, ਸ਼ਬਦ ਦੁਆਰਾ। ਭਗਤ ਕਬੀਰ ਜੀ ਦਾ ਸ਼ਲੋਕ, ਕਬੀਰ ਮੋਹ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੇ ਕੌਣ ਹੈ, ਪਰਾ ਹਮਾਰੇ ਬਾਰ। ਉੱਥੇ ਵੀ ਸਰੀਰਕ ਮੌਤ ਵੱਲ ਕੋਈ ਇਸ਼ਾਰਾ ਨਹੀਂ, ਉੱਥੇ ਵੀ ਸ਼ਬਦ ਮਰੋ ਫਿਰ ਜੀਵੋ ਸਦਗੀ, ਤਾਂ ਫਿਰ ਮਰਨ ਨਾ ਕੋਈ ਵਾਲੀ ਗੱਲ ਹੈ। ਇਹ ਚੇਤੇ ਰੱਖਣਾ, ਸ਼ਬਦ ਰਾਹੀਂ ਜਿਹੜੇ ਆਪਾਂ ਮਾਰ ਲੈਂਦੇ ਨੇ, ਆਪਾਂ ਗਵਾ ਲੈਂਦੇ ਨੇ। ਹੁਣ ਤਿੰਨ ਮੌਤਾਂ ਦਾ ਜ਼ਿਕਰ ਤੁਹਾਡੇ ਸਾਹਮਣੇ ਆਇਆ। ਸਰੀਰਕ ਮੌਤ ਤੇ ਸਾਡੇ ਵੱਸ ਨਹੀਂ, ਪਰ ਦੂਜੀਆਂ ਦੋ ਮੌਤਾਂ ਜਿਹੜੀਆਂ ਨੇ, ਚਾਹੋ ਤੇ ਆਤਮਕ ਮੌਤ ਸਹੇੜ ਸਕਦੇ ਹੋ, ਚਾਹੋ ਤੇ ਗੁਰੂ ਦੇ ਸ਼ਬਦ ਰਾਹੀਂ ਆਪਾ ਮਾਰ ਕੇ ਗੁਰਦੇਵ ਪਿਤਾ ਜੀ ਦੇ ਚਰਨਾਂ ਵਿੱਚ ਸਦਾ ਲਈ ਤੁਸੀਂ ਲੀਨਤਾ ਪ੍ਰਾਪਤ ਕਰ ਸਕਦੇ ਹੋ। ਇਸ ਕਰਕੇ ਗੁਰੂ ਕੇ ਪਿਆਰ ਵਾਲਿਓ, ਹੰਕਾਰ ਨਾ ਮੁਰਾਦ ਬਿਮਾਰੀ ਜਿਹੜੀ ਮਨੁੱਖ ਦੇ ਹਿੱਸੇ ਆਈ ਹੈ, ਜਿਹਦਾ ਜ਼ਿਕਰ ਗੁਰਬਾਣੀ ਅੰਦਰ ਕੀਤਾ ਗਿਆ ਹੈ, ਗੁਰੂ ਕੇ ਪਿਆਰ ਵਾਲਿਓ, ਸਤਿਗੁਰ ਗੁਰਦੇਵ ਪਿਤਾ, ਹਉ ਮੈਂ ਰੋਗ ਮਾਨੁਖ ਕੋ ਦੀਨਾ, ਕਾਮ ਰੋਗ ਮੈਗਲ ਬਸ ਲੀਨਾ ਵਾਲੀ ਗੱਲ। ਇਹ ਹਉਮੈ ਦਾ ਰੋਗ, ਮਨੁੱਖ ਦੇ ਬਾਕੀ ਰੋਗ ਵੀ ਹੈਗੇ ਨੇ ਸਾਰੇ, ਪਰ ਹਉਮੈ ਦਾ ਰੋਗ ਇਹਨੂੰ ਬਹੁਤ ਚਿੰਬੜਿਆ ਹੋਇਆ। ਮੈਂ ਕਿਸੇ ਵਿਦਵਾਨ ਦੀਆਂ ਪੰਕਤੀਆਂ ਪੜ੍ਹਦਾ ਪਿਆ ਸਾਂ, ਮੇਰੇ ਤੇ ਵੀ ਟੁਕਦੀਆਂ ਨੇ। ਕਹਿੰਦੇ ਨੇ ਹੰਕਾਰ ਦੇ ਬਾਰੇ ਗਿਆਨ ਦੀਆਂ ਗੱਲਾਂ ਤੇ ਬੜੀਆਂ ਕਰਨੀਆਂ ਹੁੰਦੀਆਂ, ਜਿਵੇਂ ਮੈਂ ਵੀ ਕਰਦਾ ਪਿਆ ਵਾਂ। ਹੰਕਾਰ ਦੇ ਬਾਰੇ ਕੋਈ ਬੁਲਾਓ ਕਿਸੇ ਵਿਦਵਾਨ ਨੂੰ, ਘੰਟਾ ਜਿੰਨਾ ਮਰਜ਼ੀ ਲੈਕਚਰ ਆਪਾਂ ਦੇਈ ਜਾਂਦੇ ਆ ਨਾ ਹੰਕਾਰ, ਪਰ ਕਹਿੰਦੇ ਨੂੰ ਆਪਣੇ ਗਿਆਨ ਦਾ ਕਿੰਨਾ ਹੰਕਾਰ ਹੈ ਇਹ ਪਤਾ ਹੀ ਕੋਈ ਨਹੀਂ ਇਹਨੂੰ। ਆਪਣੇ ਗਿਆਨ ਦਾ, ਗਿਆਨ ਤੇ ਮਾਲਕ ਨੇ ਦਿੱਤਾ ਹੈ, ਗਿਆਨ ਗੁਰੂ ਦਾ, ਗਿਆਨ ਗੁਰਬਾਣੀ ਦਾ, ਬਸ ਇੰਨੀ ਹੈ ਨਾ, ਤੈਨੂੰ ਚੇਤਾ ਸ਼ਕਤੀ ਮਾਲਕ ਨੇ ਦੇ ਦਿੱਤੀ, ਤੂੰ ਗੁਰਬਾਣੀ ਦੇ ਸ਼ਬਦ ਚੇਤੇ ਕਰ ਲੈ, ਹੋਰ ਗ੍ਰੰਥ ਪੜ੍ਹ ਪੜ੍ਹ ਕੇ ਤੈਨੂੰ ਬੜਾ ਕੁਝ ਯਾਦ ਹੋ ਗਿਆ। ਚਾਹੀਦਾ ਤੇ ਐਸੀ ਤੇਰੇ ਵਿੱਚੋਂ ਹੰਕਾਰ ਨਿਕਲ ਜਾਂਦਾ, ਤੂੰ ਤੇ ਉਲਟਾ ਗਿਆਨ ਦਾ ਹੀ ਹੰਕਾਰ ਸਿਰ ਤੇ ਚੁੱਕਿਆ ਫਿਰਦਾ ਹੈ।
ਸਤਿਗੁਰੂ ਨੇ ਇਸੇ ਕਰਕੇ ਜੇਤਾ ਪੜਿਆ ਤੇ ਤੇਤਾ ਕੜਿਆ ਕਿਹਾ ਸੀ ਨਾ। ਇਹ ਨਹੀਂ ਕਿ ਪੜ੍ਹਨਾ ਨਹੀਂ ਚਾਹੀਦਾ। ਮਨ ਸਮਝਾਵਨ ਕਾਰਨੇ ਕਛੁਕ ਪੜੀਐ, ਗਿਆਨ ਇਸ ਗੱਲ ਨੂੰ ਚੇਤੇ ਰੱਖਣਾ। ਗੁਮਾਨ ਕਰੇ ਮੂੜ ਗੁਮਾਨੀਆਂ, ਵਿਸ ਖਾਦੀ ਮਰੀਐ। ਹੰਕਾਰੀ ਬੰਦੇ ਦੀਆਂ ਜੜ੍ਹਾਂ ਬੜੀ ਛੇਤੀ ਖੋਖਲੀਆਂ ਹੋ ਜਾਂਦੀਆਂ ਨੇ। ਹਰਜੂ ਹੰਕਾਰ ਨਾ ਭਾ ਦੇਈ, ਭਾਵਈ ਵੇਦ ਕੂਕ ਸੁਨਾਵੇਂ ਵਾਲੀ ਗੱਲ। ਮੈਂ ਭਾਈ ਵੀਰ ਸਿੰਘ ਦੀ ਛੋਟੀ ਜੀ ਕਵਿਤਾ ਆਪ ਨਾਲ ਸਾਂਝੀ ਕਰਾਂ। ਭਾਈ ਵੀਰ ਸਿੰਘ ਜੀ ਨੇ ਇੱਕ ਕਵਿਤਾ ਵਿੱਚ ਬੜਾ ਸੁੰਦਰ ਖਿਆਲ ਦਿੱਤਾ। ਕਹਿੰਦੇ ਨੇ, ਇੱਕ ਦਿਨ ਸਮੁੰਦਰ ਨੇ ਇੱਕ ਨਦੀ ਨੂੰ ਪੁੱਛਿਆ, ਨਦੀਏ ਬੜੇ ਬੜੇ ਵੱਡੇ ਬੂਟੇ ਬੂਟੀਆਂ ਲਿਆ ਕੇ ਮੇਰੇ ਵਿੱਚ ਸੁੱਟ ਦਿੰਦੀ ਹੈ, ਬੜਿਆਂ ਦੇ ਤੇ ਤੂੰ ਦੀਦਾਰ ਕਰਵਾਉਂਦੀ ਹੈ, ਪਰ ਮੈਂ ਸੁਣਿਆ ਇੱਕ ਬੈਂਤ ਦਾ ਬੂਟਾ ਵੀ ਹੁੰਦਾ ਹੈ, ਕਦੀ ਉਹਦੇ ਵੀ ਲਿਆ ਕੇ ਦਰਸ਼ਨ ਕਰਵਾ ਦੇ ਨਾ, ਉਹਨੂੰ ਕਿਉਂ ਨਹੀਂ ਲੈ ਕੇ ਆਉਂਦੀ ਤੂੰ। ਤੇ ਅੱਗੋਂ ਜੋ ਨਦੀ ਨੇ ਜਵਾਬ ਦਿੱਤਾ ਸੀ ਨਾ, ਬੜਾ ਕਮਾਲ ਦਾ ਸੀ। ਸਾਗਰ ਪੁੱਛਦਾ, ਨਦੀਏ ਸਾਰੇ ਬੂਟੇ ਬੂਟੀਆਂ ਲਿਆਵੇਂ, ਪਰ ਨਾ ਕਦੀ ਬੈਂਤ ਦਾ ਬੂਟਾ ਇੱਥੇ ਆਣ ਪਹੁੰਚਾਵੇਂ। ਨਦੀ ਆਖਦੀ, ਆਕੜ ਵਾਲੇ ਸਭ ਬੂਟੇ ਪੱਟ ਸਕਾਂ, ਪਰ ਜੋ ਝੁਕੇ ਵੱਗੇ ਰੌਂ ਰੁੱਖ ਨੂੰ ਪੇਸ਼ ਨਾ ਉਸ 'ਤੇ ਜਾਵੇ। ਉਹ ਤੇ ਮੇਰੇ ਬਿਲਕੁਲ ਨਾਲ ਧਰਤੀ 'ਤੇ ਵਿਛ ਜਾਂਦਾ ਹੈ, ਲੰਮਾ ਹੀ ਪੈ ਜਾਂਦਾ ਬੈਂਤ ਦਾ ਬੂਟਾ, ਮੈਂ ਉਹਨੂੰ ਪੁੱਟ ਹੀ ਨਹੀਂ ਸਕਦੀ। ਜਿਹੜਾ ਆਕੜਿਆ ਰਹਿੰਦਾ ਉਹਦੀਆਂ ਮੈਂ ਜੜ੍ਹਾਂ ਖੋਖਲੀਆਂ ਕਰ ਦਿੰਦੀ। ਗੁਰੂ ਕੇ ਪਿਆਰ ਵਾਲਿਓ, ਇਸ ਹੰਕਾਰ ਰੂਪੀ ਨਾਮ ਰਾਤ ਬਿਮਾਰੀ ਤੋਂ ਬਚਣਾ। ਗੁਮਾਨ ਕਰੇ ਮੂੜ ਗੁਮਾਨੀਆਂ, ਵਿਸ਼ ਖਾਦੀ ਮਰੀਐ। ਆਏ ਲੱਗੇ ਨਹੀਂ ਦੇਹ ਥੋੜੜੇ, ਜਿਉ ਪੱਕਾ ਖੇਤ। ਸਰੀਰਕ ਮੌਤ ਵੀ ਐਸੇ ਹੰਕਾਰੀ। ਕਾਹਦਾ ਹੰਕਾਰ ਕਰਦਾ? ਸਰੀਰ ਦਾ ਹੰਕਾਰ ਕਰਦਾ, ਇਸ ਕਾਇਆ ਦਾ ਹੰਕਾਰ ਕਰਦਾ, ਹੋਰ ਕੁਝ ਕਰਦਾ। ਜਿਉਂ ਜਿਵੇਂ ਪੱਕਾ ਖੇਤ ਵੱਢਿਆ ਜਾਂਦਾ, ਸਮਾਂ ਆਉਣ 'ਤੇ ਕਿੰਨਾ ਚਿਰ ਕਿਸਾਨ ਵੇਟ ਇੰਤਜ਼ਾਰ ਕਰੇਗਾ, ਆਖਿਰ ਤੈਨੂੰ ਵੱਢਣਾ ਪੈਣਾ ਨਾ। ਜਿਹੇ ਕਰਮ ਕਮਾਵੰਦੇ ਤੇ ਵੇਖੇ ਭਣੀਏ। ਜਿਹੋ ਜਿਹੇ ਬੰਦੇ, ਇਹੋ ਜਿਹੇ ਪਾਪੀ ਬੰਦੇ ਜੇ ਕਰਮ ਕਮਾਉਂਦੇ ਨੇ, ਉਹਨਾਂ ਦਾ ਨਾਂ ਪਾਪੀ ਪੈ ਜਾਂਦਾ। ਨਿੰਦਕਾ ਕਰਨ ਵਾਲੇ ਨਿੰਦਕ ਕਹਿੰਦੇ ਨੇ, ਜਨ ਨਾਨਕ ਕਾ ਖਸਮ ਵੱਡਾ ਹੈ, ਸਭਨਾਂ ਦਾ ਧਣੀਐ। ਸਤਿਗੁਰੂ ਗੁਰੂ ਅਰਜਨ ਦੇਵ ਪਿਤਾ ਜੀ ਫਰਮਾਨ ਕਰਦੇ ਨੇ, ਦਾਸ ਨਾਨਕ ਦਾ ਜਿਹੜਾ ਖਸਮ ਹੈ ਨਾ, ਜਿਹੜਾ ਸਾਈਂ ਹੈ ਨਾ, ਬੜਾ ਵੱਡਾ ਏ, ਬੜਾ ਮਹਾਨ ਹੈ। ਕਿੰਨਾ ਕੁ ਵੱਡਾ ਮੈਂ ਬਿਆਨ ਨਹੀਂ ਕਰ ਸਕਦਾ। ਆਸਾ ਕੀ ਵਾਰ ਦੀ 24ਵੀਂ ਪੌੜੀ ਰੋਜ਼ ਆਪਾ ਖੀਰ ਤੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿ ਨਾ ਜਾਏ। ਤੇ ਨਾਲ ਇਹ ਵੀ ਆਖ ਦਿੱਤਾ, ਉਹ ਕੇਵਲ ਮੇਰਾ ਕੀ ਨਹੀਂ, ਸਭਨਾਂ ਦਾ ਧਣੀ ਹੈ, ਸਾਰਿਆਂ ਦਾ ਧਣੀ, ਸਾਰਿਆਂ ਦਾ ਖਸਮ ਹੈ, ਸਾਰਿਆਂ ਦਾ ਮਾਲਕ ਹੈ। ਤੇ ਯਾਦ ਰੱਖਣਾ, ਇਸ ਮਾਲਕ ਤੋਂ ਸਖਣੇ ਉਹੀ ਜਾਂਦੇ ਨੇ, ਖਾਲੀ ਚੱਲੇ ਧਣੀ ਸਿਉ, ਟਿੱਬੇ ਜਿਉ ਮੀਹਾਂ ਹੋ। ਬਾਬਾ ਫਰੀਦ ਜੀ ਨੇ ਕਿਹਾ ਨਾ, ਮੀਂਹ ਤੇ ਟਿੱਬਿਆਂ 'ਤੇ ਵੀ ਪੈਂਦਾ ਹੈ, ਮੀਂਹ ਤੇ ਸਾਰੀਆਂ ਥਾਵਾਂ 'ਤੇ ਪੈਂਦਾ ਹੈ, ਪਰ ਜਿਹੜੇ ਟਿੱਬੇ ਹੁੰਦੇ ਨੇ ਉਹਨਾਂ 'ਤੇ ਪਾਣੀ ਰੁਕਦਾ ਕੋਈ ਨਹੀਂ। ਉਹਦੀ ਟੀਸੀ 'ਤੇ ਪਾਣੀ ਪਿਆ ਰਿੜਦਾ ਥੱਲੇ ਆ ਜਾਂਦਾ, ਜਿੱਥੇ ਨਿਵਾਣ ਹੈ ਉੱਥੇ ਜਾ ਕੇ ਰੁਕ ਜਾਂਦਾ ਹੈ। ਪਰ ਉਹ ਟਿੱਬੇ ਵਿਚਾਰੇ ਸੁੱਕੇ ਦੇ ਸੁੱਕੇ, ਖਾਲੀ ਦੇ ਖਾਲੀ ਰਹਿ ਜਾਂਦੇ ਨੇ। ਗੁਰੂ ਕੇ ਪਿਆਰ ਵਾਲਿਓ, ਮੇਰੇ ਗੁਰੂ ਦੀ ਰਹਿਮਤ, ਮੇਰੇ ਸਤਿਗੁਰੂ ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਕੀਰਤਨ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ ਰੋਜ਼ ਹੀ ਸਾਡੇ 'ਤੇ ਕਿਰਪਾ ਰਹਿਮਤ ਕਰਦੇ ਨੇ। ਪਰ ਜਿਨ੍ਹਾਂ ਦੇ ਅੰਦਰ ਨਿਮਰਤਾ ਹੈ, ਜਿਨ੍ਹਾਂ ਦੇ ਅੰਦਰ ਗੁਰੂ ਦੀ ਰਹਿਮਤ ਬਖਸ਼ਿਸ਼, ਉੱਥੇ ਜਾ ਕੇ ਵਿਚਾਰ ਟਿਕ ਜਾਂਦੀ ਹੈ, ਤੇ ਫਿਰ ਉਸ ਵਿਚਾਰ ਮੁਤਾਬਕ ਆਪਣਾ ਇਹ ਜਨਮ ਜਿਹੜਾ ਹੈ ਬਤੀਤ ਕਰਨ ਦਾ ਉਹ ਯਤਨ ਕਰਦੇ ਨੇ। ਜਿੱਥੇ ਆਪਾਂ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਕੀਤੀ, ਅੱਜ ਸਤਿਕਾਰਯੋਗ ਇੱਥੇ ਕਾਕਾ ਰਮਨਪਾਲ ਸਿੰਘ ਤੇ ਦਸਤਾਰ ਸਜਾਉਣ ਵਾਲੀ ਥੋੜ੍ਹਾ ਤੇ ਵਿਸ਼ੇ ਹੁਕਮ ਹੋਇਆ ਸੀ, ਕਿਉਂਕਿ ਜਿਹੜਾ ਦਸਤਾਰ ਸ਼ਬਦ ਹੈ, ਚੇਤੇ ਰੱਖਣਾ, ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਇਹ ਦਸਤਾਰ ਜਿਹੜੀ ਹੈ, ਕਿਉਂਕਿ ਕੇਸ ਰੱਖਣ ਵਾਲੀ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੈ, ਇਸੇ ਤਰ੍ਹਾਂ ਹੀ ਦਸਤਾਰ ਸਜਾਉਣ ਦਾ ਸੰਬੰਧ ਵੀ ਧੰਨ ਗੁਰੂ ਨਾਨਕ ਸਾਹਿਬ, ਭਾਵੇਂ ਉਹ ਕਾਲਪਨਿਕ ਤਸਵੀਰਾਂ ਅਸੀਂ ਉਹਨਾਂ ਨੂੰ ਮੰਨਦੇ ਤੇ ਨਹੀਂ, ਤਸਵੀਰ ਕੋਈ ਕਿਸੇ ਨੇ ਵੇਖ ਕੇ ਗੁਰੂ ਸਾਹਿਬ ਦੀ ਨਹੀਂ ਬਣਾਈ, ਪਰ ਫਿਰ ਵੀ ਕੋਈ ਵੀ ਤਸਵੀਰ ਵੇਖੋ ਕਿਸੇ ਵੀ ਗੁਰੂ ਸਾਹਿਬਾਨ ਦੀ, ਸਾਰੀਆਂ ਤਸਵੀਰਾਂ ਤੇ ਹਾਂ ਭਗਤਾਂ ਦੇ ਸੰਬੰਧ ਵਿੱਚ ਜਿਹੜੇ ਕਾਲਪਨਿਕ ਚਿੱਤਰਕਾਰ ਨੇ, ਉਹਨਾਂ ਨੇ ਆਪਣੀ ਮਰਜ਼ੀ ਨਾਲ ਕੋਈ ਐਸੀਆਂ ਤਸਵੀਰਾਂ ਬਣਾ ਦਿੱਤੀਆਂ। ਇਹ ਦਸਤਾਰ ਜਿਹੜੀ ਹੈ ਨਾ, ਗੁਰੂ ਕੇ ਪਿਆਰ ਵਾਲਿਓ, ਗੁਰਦੇਵ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤਾ ਹੋਇਆ, ਸਾਨੂੰ ਇਹ ਸਿਰ ਤੇ ਤਾਜ ਬਖਸ਼ਿਸ਼ ਕੀਤਾ ਹੋਇਆ ਹੈ। ਵੇਖੋ, ਭਗਤ ਨਾਮਦੇਵ ਜੀ ਨੇ ਪਰਮਾਤਮਾ ਦਾ ਜਦੋਂ ਚਿੱਤਰ ਉਲੀਕਿਆ ਨਾ, ਪਰਮਾਤਮਾ ਦਾ, ਭਾਵੇਂ ਕਿ ਉਹ ਸਾਖੀ ਘੜਨ ਹਾਰੇ ਨੇ ਤੇ ਸਾਖੀ ਵੀ ਜੋੜ ਦਿੱਤੀ, ਪਠਾਨ ਆਇਆ, ਇਹ ਹੋਇਆ,
ਉਹ ਚਾਹੁੰਦੇ ਸਨ ਕੋਈ ਮੈਂ ਥੱਕ ਗਿਆ ਵਾਂ, ਟੁੱਟ ਗਿਆ ਤੇ ਉਲਟਾ ਕੰਮ ਹੋ ਗਿਆ। ਰੱਬ ਨੇ ਪ੍ਰੀਖਿਆ ਲੈਣੀ ਚਾਹ ਗਈ, ਘੋੜੀ ਸੂਈ ਹੋਈ ਸੀ, ਵਿਛੇਰਾ ਚੁੱਕਣਾ ਪਿਆ। ਕਹਾਣੀ ਬੜੀ ਹੋਰ ਤਰ੍ਹਾਂ ਦੀ ਗੜੀ ਹੈ ਵੀ ਇਹ ਸ਼ਬਦ ਦੇ ਨਾਲ, ਕਿਉਂਕਿ ਕਈਆਂ ਸ਼ਬਦਾਂ ਦੇ ਨਾਲ ਬਿਲਕੁਲ ਨਿਰਮੂਲ ਐਸੀਆਂ ਕਹਾਣੀਆਂ ਮਨ ਘੜੰਤ ਘੜ ਦਿੱਤੀਆਂ ਗਈਆਂ ਜਿਸ ਤੋਂ ਨਾ ਕੋਈ ਸਿੱਖਿਆ ਮਿਲਦੀ ਹੈ। ਭਗਤ ਨਾਮਦੇਵ ਜੀ ਦਾ ਉੱਥੇ ਸ਼ਬਦ ਹੈ, ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮੰਗੋਲ। ਪਗੜੀ ਜਿਹੜਾ ਨਾ, ਪੱਗ ਇੱਜ਼ਤ ਦਾ ਪ੍ਰਤੀਕ ਹੁੰਦੀ ਹੈ, ਚੇਤੇ ਰੱਖਣਾ। ਤੁਸੀਂ ਮੇਰੇ ਨਾਲੋਂ ਸਿਆਣੇ ਬਜ਼ੁਰਗ ਬੈਠੇ ਹੋਏ ਹੋ। ਪੱਗ ਜਿੱਥੇ ਸਿੱਖ ਧਰਮ ਵਿੱਚ ਸਜਾਈ ਜਾਂਦੀ ਹੈ, ਅੱਜ ਹਰਿਆਣੇ ਦੇ ਵਿੱਚ ਵੀ, ਪੰਜਾਬ ਦੇ ਵਿੱਚ ਵੀ ਗੈਰ ਸਿੱਖ ਲੋਕ ਵੀ ਪਗੜੀ ਬੰਨ੍ਹਦੇ ਨੇ, ਦਸਤਾਰ ਸਜਾਉਂਦੇ ਨੇ, ਅੱਜ ਵੀ ਬਣਦੇ ਨੇ। ਤੇ ਕਈ ਵਾਰੀ ਕਈਆਂ ਦੇ ਸਿਰ ਤੇ ਪੱਗ ਨਾ ਵੀ ਹੋਵੇ ਤਾਂ ਵੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ, ਬੱਚਿਓ ਵੇਖਿਓ ਕਿਤੇ ਅੱਗੇ ਚੱਲ ਕੇ ਆਉਣ ਵਾਲੇ ਸਮੇਂ ਵਿੱਚ ਐਸਾ ਕੰਮ ਨਾ ਕਰ ਬੈਠਿਓ, ਸਾਡੀ ਪੱਗ ਨੂੰ ਕਿਤੇ ਦਾਗ ਨਾ ਲਗਾ ਦਿਓ। ਪੱਗ ਸਿਰ ਤੇ ਹੋਈ ਨਹੀਂ, ਹੁੰਦੀ ਕੋਈ ਨਹੀਂ। ਪੱਗ ਇੱਜ਼ਤ ਦਾ ਪ੍ਰਤੀਕ ਹੈ, ਇਹ ਯਾਦ ਰੱਖਣਾ। ਖੂਬ ਤੇਰੀ ਪਗੜੀ ਦਾ ਮਤਲਬ ਇਹੀ ਹੈ, ਜਿਵੇਂ ਇੱਥੇ ਜਨ ਨਾਨਕਾ ਖਸਮ ਵੱਡਾ ਹੈ, ਸਭਨਾਂ ਦਾ ਤੇਰੀ ਇੱਜ਼ਤ ਬੜੀ ਹੈ, ਤੇਰੀ ਮਾਨ ਤੇਰੀ ਵਡਿਆਈ ਬਹੁਤ ਹੈ। ਉੱਥੇ ਵੀ ਤੇਰੀ ਪਗੜੀ ਜਿਹੜੀ ਹੈ ਨਾ, ਪਗੜੀ ਤੋਂ ਭਾਵ ਇੱਜ਼ਤ। ਚੇਤੇ ਰੱਖਣਾ, ਗੁਰੂ ਸਤਿਗੁਰੂ ਰਹਿਮਤ ਕਰ ਦੇਣ, ਬਖਸ਼ਿਸ਼ ਕਰ ਦੇਣ ਆਪਣੇ ਬੱਚਿਆਂ ਨੂੰ। ਜਿੱਥੇ ਆਪਾਂ ਕੇਸਾਂ ਦੀ ਮਹੱਤਤਾ ਦੇ ਬਾਰੇ ਉਹਨਾਂ ਨੂੰ ਦੱਸਣਾ ਹੈ, ਭਾਈ ਤਾਰੂ ਸਿੰਘ ਜੀ ਦੀਆਂ, ਛੋਟੇ ਸਾਹਿਬਜ਼ਾਦਿਆਂ ਦੀਆਂ, ਵੱਡੇ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਸੁਣਾ ਸੁਣਾ ਕੇ ਦਸੀਏ ਗੁਰਮਤਿ ਅਨੁਸਾਰ ਕੇਸਾਂ ਦੀ। ਕਈ ਕਹਿੰਦੇ ਨੇ ਕੇਸਾਂ ਨਾਲ ਕੀ ਰੱਬ ਜ਼ਿਆਦਾ ਮਿਲ ਜਾਂਦਾ ਹੈ, ਤੇ ਉਹਨਾਂ ਨੂੰ ਬੰਦਾ ਪੁੱਛੇ ਕੇਸ ਕੱਟ ਕੇ ਜ਼ਿਆਦਾ ਮਿਲ ਜਾਂਦਾ ਹੈ? ਬੋਲੇ ਉਹਨਾਂ ਕੋਲ ਕੋਈ ਜਵਾਬ ਕੋਈ ਨਹੀਂ ਹੈ। ਕੋਈ ਕਹਿੰਦਾ ਕੇਸ ਕਿਉਂ, ਤੁਸੀਂ ਕੇਸ ਰੱਖਦੇ ਕਿਉਂ ਮੋ, ਹੱਦ ਹੋ ਗਈ, ਕੇਸ ਰੱਖਦੇ ਕਿਉਂ ਮੋ? ਜਾਂ ਕੋਈ ਆ ਕੇ ਆ ਕਿਉਂ ਰੱਖਦੇ ਹੋ? ਜਿੰਨੇ ਸਰੀਰ ਦੇ ਅੰਗ ਨੇ ਅਸੀਂ ਰੱਖਦੇ ਕੋਈ ਨਹੀਂ, ਰੱਬ ਨੇ ਦਿੱਤੇ ਹੋਏ ਨੇ। ਕੰਨ ਕਿਉਂ ਰੱਖਦੇ ਆ, ਮੂੰਹ ਕਿਉਂ ਰੱਖਦੇ ਆ, ਜ਼ਬਾਨ ਕਿਉਂ ਰੱਖਦੇ ਆ, ਬਾਂਹ ਕਿਉਂ ਰੱਖਦੇ ਆ? ਕਦੀ ਨਹੀਂ ਕਿਸੇ ਨੇ ਕਿਹਾ। ਕੇਸਾਂ ਦਾ ਬਾਰੇ ਕਿੰਤੂ ਪਰੰਤੂ ਚੱਲਦਾ ਹੈ। ਗੁਰੂ ਕਿਰਪਾ ਕਰੇ ਕੇਸਾਂ ਦੀ ਸੰਭਾਲ ਤੇ ਕੇਸਾਂ ਨੂੰ ਢੱਕਣ ਵਾਸਤੇ ਗੁਰਦੇਵ ਪਿਤਾ ਨੇ ਸਾਨੂੰ ਇਹਨੂੰ ਪੱਗ ਵੀ ਕਿਹਾ ਗਿਆ ਹੈ, ਇਹਨੂੰ ਦਸਤਾਰ ਵੀ ਆਪਾਂ ਕਹਿੰਦੇ ਗਏ ਹਾਂ ਸਾਡੀ ਬੋਲੀ ਵਿੱਚ। ਇਹਨੂੰ ਪਗੜੀ, ਗੁਰਬਾਣੀ ਅੰਦਰ ਪੱਗ ਵੀ ਆਇਆ ਹੈ, ਪਗੜੀ ਵੀ ਆਇਆ ਹੈ। ਤੇ ਯਾਦ ਰੱਖਣਾ, ਪੱਗ ਬੰਨ੍ਹ ਕੇ ਵੀ ਕਿਤੇ ਸਾਡੇ ਵਿੱਚ ਹੰਕਾਰ ਨਾ ਆ ਜਾਏ। ਬਾਬਾ ਫਰੀਦ ਜੀ ਨੇ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋ ਜਾਏ, ਗਹਿਲਾ ਰੂਹ ਨਾ ਜਾਣੇ, ਸਿਰ ਵੀ ਮਿੱਟੀ ਖਾਏ। ਇਹ ਪੱਗ ਇੱਜ਼ਤ ਦਾ ਪ੍ਰਤੀਕ ਹੈ। ਗੁਰੂ ਕਿਰਪਾ ਕਰੇ, ਗੁਰੂ ਰਹਿਮਤ ਕਰੇ, ਅਸੀਂ ਆਪ ਦਸਤਾਰਾਂ ਦੀ, ਇਹਨਾਂ ਕੇਸਾਂ ਦੀ ਮਹੱਤਤਾ ਤੋਂ ਜਾਣੂ ਹੋਈਏ ਤੇ ਅੱਗੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਆਪਣੇ ਬੱਚਿਆਂ ਨੂੰ ਵੀ ਦਸਤਾਰਾਂ ਅਤੇ ਕੇਸਾਂ ਬਾਰੇ ਸਮਝਾ ਸਕੀਏ। ਅੱਜ ਜਿਸ ਬੱਚੇ ਦੀ ਦਸਤਾਰ ਬੰਦੀ ਹੋਣ ਲੱਗੀ ਹੈ, ਸਤਿਗੁਰੂ ਦੇ ਚਰਨਾਂ ਵਿੱਚ ਮੇਰੀ ਤੇ ਇਹੋ ਹੀ ਅਰਦਾਸ ਹੈ, ਦਾਤਿਆ ਇਸ ਬੱਚੇ ਤੇ ਰਹਿਮਤ ਕਰੀ, ਬਖਸ਼ਿਸ਼ ਕਰੀ, ਆਪਣੇ ਚਰਨ ਕਮਲਾਂ ਦੀ ਪ੍ਰੀਤ, ਕੇਸਾਂ ਦੀ ਮਹੱਤਤਾ ਅਤੇ ਇਸੇ ਤਰ੍ਹਾਂ ਆਪਣੇ ਸਿਰ ਤੇ ਸਦਾ ਇਹ ਦਸਤਾਰ, ਤੁਹਾਡਾ ਬਖਸ਼ਿਸ਼ ਕੀਤਾ ਹੋਇਆ ਤਾਜ ਸਜਾਈ ਰੱਖੇ ਤੇ ਕਦੀ ਵੀ ਆਪਣੇ ਧਰਮ ਨੂੰ, ਆਪਣੇ ਮਾਤਾ ਪਿਤਾ ਦੇ ਜਾਂ ਹੋਰ ਕਿਸੇ ਪ੍ਰਕਾਰ ਕਿਸੇ ਦੀ ਲਾਤ ਨਾ ਲਾਉਂਦੇ ਵੀ ਰਹਿਮਤ ਕਰੀ, ਬਖਸ਼ਿਸ਼ ਕਰੀ। ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਰਹਿਮਤ ਕਰਕੇ ਇਸ ਪਾਵਨ ਪੌੜੀ ਦੀ ਵਿਚਾਰ ਕਰਵਾਈ। ਵਿਚਾਰ ਕਰਦਿਆਂ ਭੁੱਲਾਂ ਹੋ ਜਾਂਦੀਆਂ ਨੇ ਮੇਰੀਆਂ ਨੇ, ਭੁੱਲਾਂ ਮੇਰੀਆਂ ਜਾਣ ਕੇ ਖਿਮਾ ਕਰ ਦੇਣੀਆਂ। ਗੁਰੂ ਦੇ ਦਰ ਤੇ ਅਰਦਾਸ ਕਰਨੀ, ਇਸੇ ਤਰ੍ਹਾਂ ਸਤਿਗੁਰੂ ਰਹਿਮਤ ਕਰਦੇ ਰਹਿਣ, ਇਹ ਸੇਵਾ ਆਪ ਲੈਂਦੇ ਰਹਿਣ। ਬੁਲਾਓ ਫਤਿਹ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।